ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਇਨਫੋ ਪੰਜਾਬ ਚੈਨਲ। ਇਨਫੋ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਸ਼ਟਾ ਆਨਸਰ ਕੀ ਕੋਰਸ 11। ਸੋ ਤੁਹਾਡੀ ਸਹੂਲਤ ਦੇ ਲਈ ਇਸ ਵਾਰ ਅਸੀਂ ਇੱਕ ਨਵਾਂ ਸਟੈਪ ਚੁੱਕਿਆ ਹੈ ਕਿ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਟਾਈਮਿੰਗ ਲਗਾਤੀ ਹੈ। ਤੁਸੀਂ ਡਿਸਕ੍ਰਿਪਸ਼ਨ ਜਦੋਂ ਖੋਲੋਗੇ ਤਾਂ ਤੁਹਾਨੂੰ ਕੁਐਸਚਨ ਦਾ ਨਾਮ ਅਤੇ ਅੱਗੇ ਟਾਈਮਿੰਗ ਲਿਖੀ ਆਏਗੀ। ਜਿਸ ਤਰ੍ਹਾਂ ਤੁਸੀਂ ਉਸ ਟਾਈਮਿੰਗ ਨੂੰ ਕਲਿੱਕ ਕਰੋਗੇ ਤਾਂ ਵੀਡੀਓ ਉਸੇ ਕੁਐਸਚਨ ਤੇ ਆ ਕੇ ਚੱਲ ਪਵੇਗਾ, ਜਿਸ ਨਾਲ ਤੁਸੀਂ ਆਪਣਾ ਜੋ ਇਹ ਕੋਰਸ ਹੈ ਜਾਂ ਆਨਸਰ ਹੈ ਜਲਦੀ ਕੰਪਲੀਟ ਕਰ ਸਕਦੇ ਹੋ। ਤੁਹਾਨੂੰ ਸਾਰਾ ਵੀਡੀਓ ਦੇਖਣਾ ਨਹੀਂ ਪਵੇਗਾ। ਪਰ ਤੁਹਾਨੂੰ ਵੀ ਇੱਕ ਰਿਕੁਐਸਟ ਹੈ ਕਿ ਇਸ ਚੈਨਲ ਨੂੰ, ਜਿਸ ਦਾ ਨਾਮ ਹੈ ਇਨਫੋ ਪੰਜਾਬ, ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਨਾਲ ਬਣੇ ਬੈਲ ਆਈਕਨ ਨੂੰ ਦਬਾ ਦਿਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਇਫੈਕਟਿਵ ਵੀਡੀਓ ਜੋ ਤੁਹਾਡੀ ਹੈਲਪ ਕਰ ਸਕਦੇ ਹਨ ਲੈ ਕੇ ਆਉਂਦੇ ਰਹਾਂਗੇ। ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਚਲੋ ਜੀ ਆਪਾਂ ਕੋਰਸ ਸ਼ੁਰੂ ਕਰਦੇ ਹਾਂ। ਹੁਣ ਚੱਲਦੇ ਹਾਂ ਜੀ ਪਹਿਲੇ ਪ੍ਰਸ਼ਨ ਦੇ ਉੱਪਰ। ਪਹਿਲਾ ਪ੍ਰਸ਼ਨ ਹੈ ਜੀ, ਬਚਪਨ ਵਿੱਚ ਸ਼ੁਰੂਆਤੀ ਦੇਖਭਾਲ ਅਤੇ ਵਿੱਦਿਆ ਨੂੰ ਸਿੱਖਣ ਦੇ ਤਜਰਬਿਆਂ ਵਿੱਚ ਤਕਨਾਲੋਜੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ। ਇਹ ਕਿਹੜੇ-ਕਿਹੜੇ ਪੱਧਰ ਤੇ ਹੋ ਸਕਦੇ ਹਨ? ਸੋ ਉੱਤਰ ਹੈ ਜੀ 1 ਨੰਬਰ ਤੇ ਵੱਡੇ ਪੱਧਰ, ਮੱਧ ਪੱਧਰ ਅਤੇ ਸੂਖਮ ਪੱਧਰ ਤੇ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ MWAYAM ਦਾ ਅਰਥ ਹੈ। ਸੋ ਇਸ ਦਾ ਅਰਥ ਹੈ ਜੀ ਚੌਥੇ ਨੰਬਰ ਤੇ ਆਪਸ਼ਨ ਹੈ ਜੋ ਸਟੱਡੀ ਵੈਬਸ ਆਫ ਐਕਟਿਵ ਲਰਨਿੰਗ ਫॉर ਯੰਗ ਐਮਪਾਇਰਿੰਗ ਮਾਈਂਡਸ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ TPAC ਦਾ ਕੀ ਅਰਥ ਹੈ? TPACK ਦਾ ਅਰਥ ਕੀ ਹੈ? ਸੋ ਇਸ ਦਾ ਆਨਸਰ ਹੈ ਜੀ ਚੌਥੇ ਨੰਬਰ ਤੇ ਟੈਕਨੋਲੋਜੀ, ਪੈਡਾਗੋਜੀ ਐਂਡ ਕੰਟੈਂਟ ਨੌਲੇਜ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਰਾਸ਼ਟਰੀ ਸਿੱਖਿਆ ਨੀਤੀ 2020 ਤੱਕ ਸਕੂਲ ਵਿੱਚੋਂ ਫਾਊਂਡੇਸ਼ਨ ਲਿਟਰੇਸੀ ਐਂਡ ਨੂਮੈਰੇਸੀ ਤੱਕ ਪਹੁੰਚਣ ਦੀ ਸਿਫਾਰਿਸ਼ ਕਰਦੀ ਹੈ। ਸੋ ਜੋ ਰਾਸ਼ਟਰੀ ਸਿੱਖਿਆ ਨੀਤੀ ਹੈ 2020 ਕਦੋਂ ਤੱਕ ਇਸ ਦੀ ਸਿਫਾਰਿਸ਼ ਕਰਦੀ ਹੈ ਕਿ ਆਪਾਂ ਫਾਊਂਡੇਸ਼ਨ ਲਿਟਰੇਸੀ ਐਂਡ ਨੂਮੈਰੇਸੀ ਤੇ ਪਹੁੰਚਣਾ ਹੈ? 2025 ਤੱਕ। ਸੋ ਆਪਸ਼ਨ ਹੈ ਜੀ 2 ਨੰਬਰ 2025। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਡੈਸ਼ ਦਾ ਮਤਲਬ ਜਮਾਤ ਦਾ ਆਕਾਰ, ਉਮਰ ਵਿੱਚ ਭਿੰਨਤਾ, ਸੱਭਿਆਚਾਰਕ ਸੰਦਰਭ, ਸਮਾਜਿਕ ਆਰਥਿਕ ਸਥਿਤੀ, ਲਿੰਗ ਹਾਸ਼ੀਏ, ਭੂਗੋਲਿਕ ਸਥਿਤੀ ਅਤੇ ਤਕਨਾਲੋਜੀ ਤੱਕ ਉਪਲਬਧਤਾ ਅਤੇ ਪਹੁੰਚ ਹੈ। ਸੋ ਇਹਦਾ ਆਨਸਰ ਹੈ ਜੀ ਜਨਸੰਖਿਅਕ। ਪਹਿਲੇ ਨੰਬਰ ਦੀ ਆਪਸ਼ਨ ਜਨਸੰਖਿਅਕ ਦਾ ਮਤਲਬ ਜਮਾਤ ਦਾ ਆਕਾਰ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਸੂਖਮ ਪੱਧਰ ਤੇ ਕਿਸ ਨੂੰ ਦਰਸਾਉਂਦਾ ਹੈ? ਸੂਖਮ ਪੱਧਰ ਕਿਸ ਨੂੰ ਦਰਸਾਉਂਦਾ ਹੈ? ਸੋ ਉੱਤਰ ਹੈ ਜੀ 4 ਨੰਬਰ ਆਪਸ਼ਨ ਅਸਲੀ ਜਮਾਤ ਦੇ ਕਮਰੇ ਦੇ ਪੱਧਰ ਨੂੰ, ਜਿੱਥੇ ਅਧਿਐਨ ਦੀ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸੂਚਨਾ ਅਤੇ ਸੰਚਾਰ ਤਕਨਾਲੋਜੀ ਨਾਲ ਪੜ੍ਹਾਉਣ ਵਾਲੀ ਸਮੱਗਰੀ ਡੈਸ਼ ਹੈ। ਸੋ ਸੂਚਨਾ ਅਤੇ ਸੰਚਾਰ ਤਕਨਾਲੋਜੀ ਨਾਲ ਪੜ੍ਹਾਉਣ ਵਾਲੀ ਸਮੱਗਰੀ ਚੌਥੇ ਨੰਬਰ ਦੀ ਆਪਸ਼ਨ ਤੇ ਹੈ ਜੀ ਹਮੇਸ਼ਾ ਬਹੁਤ ਜ਼ਿਆਦਾ ਕਮਾਈ ਕਰਨ ਵਾਲੀ ਹੁੰਦੀ ਹੈ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਪ੍ਰਾਥਮਿਕ ਪੱਧਰ ਤੇ ਭਾਗੀਦਾਰੀ ਅਤੇ ਮਨੋਰੰਜਕ ਢੰਗ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕ ਦੁਆਰਾ ਡੈਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋ ਇਹਦੇ ਲਈ ਡਿਜੀਟਲ ਖੇਡਾਂ 1 ਨੰਬਰ ਦੀ ਆਪਸ਼ਨ ਇਹਦਾ ਆਨਸਰ ਹੋਏਗਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਸੂਚਨਾ ਅਤੇ ਸੰਚਾਰ ਤਕਨਾਲੋਜੀ ਵਿੱਚ ਇੱਕੋ ਸਮੇਂ ਅਤੇ ਅਲੱਗ-ਅਲੱਗ ਸਮੇਂ 'ਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਦੀ ਸਮਰੱਥਾ ਹੈ। ਇਹ ਡੈਸ਼ ਵਿੱਚ ਸਭ ਤੋਂ ਵਧੀਆ ਢੁਕਦੀ ਹੈ। ਸੋ ਆਨਸਰ ਹੈ ਜੀ 4 ਨੰਬਰ ਆਪਸ਼ਨ ਜੀਵਨ ਭਰ ਸਿੱਖਣ ਨੂੰ ਜਾਰੀ ਰੱਖਣ। ਅਗਲਾ ਪ੍ਰਸ਼ਨ ਹੈ ਜੀ ICT ਦਾ ਅਰਥ ਡੈਸ਼ ਹੈ। ਸੋ ICT ਦਾ ਅਰਥ ਕੀ ਹੈ ਜੀ? 4 ਨੰਬਰ ਆਪਸ਼ਨ ਇਨਫੋਰਮੇਸ਼ਨ ਟੂ ਕਮਿਊਨੀਕੇਸ਼ਨ ਟੈਕਨੋਲੋਜੀ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਇਲੈਕਟ੍ਰੋਨਿਕ ਪਾਠਸ਼ਾਲਾ ਡੈਸ਼ ਦੁਆਰਾ ਤਿਆਰ ਕੀਤਾ ਗਿਆ ਪੋਰਟਲ ਅਤੇ ਐਪ ਹੈ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ NCERT। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤੇ ਧਿਆਨ ਦੇ ਖੇਤਰਾਂ ਵਿੱਚੋਂ ਇੱਕ ਫਾਊਂਡੇਸ਼ਨ ਲਿਟਰੇਸੀ ਐਂਡ ਨੂਮੈਰੇਸੀ FLN ਹੈ, ਜੋ ਹਮੇਸ਼ਾ ਤੋਂ ਡੈਸ਼ 'ਤੇ ਧਿਆਨ ਕੇਂਦਰਿਤ ਕਰਦਾ ਸੀ। ਸੋ ਇਹ ਧਿਆਨ ਕੇਂਦਰਿਤ ਕਰਦਾ ਸੀ ਪਹਿਲੀ ਆਪਸ਼ਨ 'ਤੇ ਪੂਰਵ ਬੁਨਿਆਦੀ ਅਤੇ ਬੁਨਿਆਦੀ ਸਿੱਖਿਆ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਟਕਸ ਗਣਿਤ ਡੈਸ਼ ਹੈ। ਸੋ ਟਕਸ ਗਣਿਤ ਡੈਸ਼ ਕੀ ਹੈ? ਭਾਸ਼ਾ ਦਾ ਸੌਫਟਵੇਅਰ ਹੈ ਜੀ ਇਹ। ਸੋ ਉੱਤਰ ਹੈ ਜੀ 4 ਨੰਬਰ ਆਪਸ਼ਨ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਔਨਲਾਈਨ ਕੋਰਸ ਡੈਸ਼ ਨੂੰ ਉਤਸ਼ਾਹਿਤ ਕਰਦੇ ਹਨ। ਸੋ ਔਨਲਾਈਨ ਕੋਰਸ ਇਹਨਾਂ ਨੇ 2 ਆਪਸ਼ਨ ਦਿੱਤੀਆਂ ਨੇ, ਵਿਅਕਤੀਗਤ ਸਿੱਖਣ, ਸੈਕਿੰਡ ਹੈ ਜੀ ਆਪਣੀ ਗਤੀ ਮੁਤਾਬਿਕ ਸਿੱਖਣ। ਸੋ ਇੱਕ ਥਰਡ ਆਪਸ਼ਨ ਹੋਰ ਹੈ ਜੋ ਨਜ਼ਰ ਨਹੀਂ ਆ ਰਹੀ। ਸੋ ਇਹਦਾ ਆਨਸਰ ਹੈ ਜੀ 4 ਨੰਬਰ ਆਪਸ਼ਨ ਪਹਿਲਾ, ਦੂਜਾ ਅਤੇ ਚੌਥਾ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ
ਐਜੂਕੇਟਿਵ ਏਡ ਵੀ ਸਰੋਤ ਦਾ ਇੱਕ ਅਜਿਹਾ ਖੁੱਲ੍ਹਾ ਸਾਧਨ ਹੈ ਜਿਸ ਵਿੱਚ ਡੈਸ਼ ਲਈ ਖੇਡਾਂ ਹਨ। ਸੋ ਇਹਦਾ ਆਪਸ਼ਨ ਹੈ ਜੀ 3rd ਨੰਬਰ ਆਪਸ਼ਨ ਬੁਨਿਆਦੀ ਪੱਧਰ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਡੈਸ਼ ਪੱਧਰ 'ਤੇ ਦਿੱਤੀ ਕੀਤੀ ਸਮੱਗਰੀ ਵਿੱਚ ਪੜ੍ਹਨ ਲਿਖਣ ਅਤੇ ਸੰਖਿਆ ਗਿਆਨ ਦੀ ਤਿਆਰੀ ਸ਼ਾਮਲ ਹੋ ਸਕਦੀ ਹੈ। ਸੋ ਬੁਨਿਆਦੀ, ਸੋ ਪਹਿਲਾ ਹੀ ਆਪਸ਼ਨ ਹੈ ਜੀ ਬੁਨਿਆਦੀ ਪੱਧਰ 'ਤੇ ਦਿੱਤੀ ਸਮੱਗਰੀ ਵਿੱਚ ਪੜ੍ਹਨ ਲਿਖਣ ਅਤੇ ਸੰਖਿਆ ਗਿਆਨ ਦੀ ਤਿਆਰੀ ਸ਼ਾਮਲ ਹੋ ਸਕਦੀ ਹੈ। ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਜੀ ਪੂਰਵ ਬੁਨਿਆਦੀ ਅਤੇ ਬੁਨਿਆਦੀ ਸੰਖਿਆ ਵਿੱਚ ਸੂਚਨਾ ਅਤੇ ਸੰਚਾਰ ਤਕਨੋਲੋਜੀ ਦੀ ਜ਼ਿਆਦਾ ਵਰਤੋਂ। ਸੋ ਉੱਤਰ ਹੈ ਜੀ 1 ਨੰਬਰ 'ਤੇ ਸਰੀਰਕ ਤੌਰ 'ਤੇ ਹੈਰਾਨੀਜਨਕ ਹੋਵੇਗੀ। ਸੋ ਅਗਲਾ ਪ੍ਰਸ਼ਨ ਹੈ ਜੀ ਹੁਣ MOOC ਦਾ ਅਰਥ ਹੈ। MOOC ਦਾ ਕੀ ਅਰਥ ਹੈ? ਸੋ ਉੱਤਰ ਹੈ ਜੀ 4 ਨੰਬਰ ਆਪਸ਼ਨ ਮੈਸਿਵ ਓਪਨ ਆਨਲਾਈਨ ਕੋਰਸ। ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਡੈਸ਼ ਪੰਛੀਆਂ, ਜਾਨਵਰਾਂ ਅਤੇ ਅਲੱਗ-ਅਲੱਗ ਕੁਦਰਤੀ ਆਵਾਜ਼ਾਂ ਆਦਿ ਦੀਆਂ ਅਲੱਗ-ਅਲੱਗ ਧੁਨੀਆਂ ਨੂੰ ਸਿਖਾਉਣ ਲਈ ਵਰਤਿਆ ਜਾਣ ਵਾਲਾ ਜ਼ਿਆਦਾ ਢੁਕਵਾਂ ਸਰੋਤ ਹੈ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ ਆਡੀਓ ਸਰੋਤ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਸੂਚਨਾ ਅਤੇ ਸੰਚਾਰ ਤਕਨੋਲੋਜੀ ਨੂੰ ਜੋੜਨਾ ਉਦੋਂ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਇਸ ਨੂੰ ਅਧਿਆਪਨ, ਅਧਿਐਨ ਦੀ ਸਮੱਗਰੀ ਅਤੇ ਡੈਸ਼ ਦੇ ਨਾਲ ਸਹੀ ਢੰਗ ਨਾਲ ਵਰਤਿਆ ਜਾਵੇ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ ਪੜ੍ਹਾਉਣ ਦੇ ਤਰੀਕੇ ਨਾਲ ਸਹੀ ਢੰਗ ਨਾਲ ਵਰਤਿਆ ਜਾਵੇ। ਸੋ ਅਗਲਾ ਪ੍ਰਸ਼ਨ ਹੈ ਜੀ ਗਿਆਨ ਦੇ ਦਾਇਰਿਆਂ ਦੇ ਤਹਿਤ ਪੂਰਵ ਪ੍ਰਾਥਮਿਕ ਪੱਧਰ 'ਤੇ ਦਿੱਤੀ ਗਈ ਸਮੱਗਰੀ ਦੀ ਦਰਜਾਬੰਦੀ ਡੈਸ਼ ਅਨੁਸਾਰ ਹੈ। ਸੋ ਉੱਤਰ ਹੈ ਜੀ 3 ਨੰਬਰ ਆਪਸ਼ਨ ਵਾਸਤਵਿਕ, ਸੰਕਲਪਿਕ, ਵਿਧੀਗਤ ਅਤੇ ਉੱਚ ਬੌਧਿਕ। ਸੋ ਅਗਲਾ ਪ੍ਰਸ਼ਨ ਹੈ ਜੀ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੌਫਟਵੇਅਰ ਹੈ ਜਿਸ ਵਿੱਚ ਬੱਚਾ ਮੋਹਰ ਲਗਾਉਣ ਰਾਹੀਂ ਭਾਵ ਵਿਅਕਤ ਕਰ ਸਕਦਾ ਹੈ? ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ ਟਕਸ ਪੇਂਟ ਵਿੱਚ ਬੱਚਾ ਮੋਹਰਾਂ ਲਾ ਕੇ ਆਪਣੇ ਭਾਵ ਵਿਅਕਤ ਕਰ ਸਕਦਾ ਹੈ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਬੱਚੇ ਨੂੰ ਡੈਸ਼ ਉਸ ਮਾਹੌਲ ਦਾ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰਦਾ ਹੈ ਜਿਸ ਵਿੱਚ ਸੂਚਨਾ ਅਤੇ ਸੰਚਾਰ ਤਕਨੋਲੋਜੀ ਦੀ ਸਹਾਇਤਾ ਨਾਲ ਅਧਿਆਪਨ, ਅਧਿਐਨ ਪ੍ਰਕਿਰਿਆ ਚੱਲਦੀ ਹੈ। ਸੋ ਉੱਤਰ ਹੈ ਜੀ 3 ਨੰਬਰ ਆਪਸ਼ਨ ਤਕਨੋਲੋਜੀ ਅਤੇ ਵਿਸ਼ੇਸ਼ਤਾਵਾਂ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਡੈਸ਼ ਵਾਸਤਵਿਕਤਾ ਅਸਲੀ ਦੁਨੀਆ ਦੇ ਮਾਹੌਲ ਦਾ ਪ੍ਰਭਾਵਸ਼ਾਲੀ ਤਜਰਬਾ ਹੈ ਜਿੱਥੇ ਅਸਲੀ ਦੁਨੀਆ ਵਿੱਚ ਵਸਣ ਵਾਲੀਆਂ ਵਸਤੂਆਂ ਬਾਰੇ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ ਅਨੁਭਵੀ ਜਾਣਕਾਰੀ ਹੋਰ ਦੱਸਿਆ ਜਾਂਦਾ ਹੈ। ਕਈ ਵਾਰ ਦੇਖਣ ਵਾਲਿਆਂ ਅਤੇ ਸੁਣਨ ਸੰਬੰਧੀ। ਸੋ ਆਨਸਰ ਕੀ ਹੈ ਜੀ? ਆਪਾਂ ਆਨਸਰ ਚੱਲਦੇ ਹਾਂ। ਆਨਸਰ ਹੈ ਸੁਸ਼ੋਭਿਤ। 2 ਨੰਬਰ ਆਪਸ਼ਨ ਸੰਸ਼ੋਧਿਤ। ਸੋ ਅਗਲਾ ਆਨਸਰ ਹੈ ਜੀ ਪ੍ਰਸ਼ਨ ਹੈ ਜੀ ਡੈਸ਼ ਵਿੱਚ ਦੇਖਣ ਦੀਆਂ ਪ੍ਰਕਿਰਿਆਵਾਂ ਸ਼ਾਮਲ ਨਹੀਂ ਹੁੰਦੀਆਂ ਜਿਨ੍ਹਾਂ ਤੱਕ ਜਮਾਤ ਦੇ ਕਮਰੇ ਦੇ ਮਾਹੌਲ ਵਿੱਚ ਆਸਾਨੀ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ। ਸੋ ਉੱਤਰ ਹੈ ਜੀ 4 ਨੰਬਰ ਆਪਸ਼ਨ ਪ੍ਰਿੰਟ ਕੀਤੀ ਹੋਈ ਸਮੱਗਰੀ। ਅਗਲਾ ਪ੍ਰਸ਼ਨ ਹੈ ਜੀ ਜੇ ਕੋਈ ਸਕੂਲ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਅਸਲ ਸਮੇਂ ਨੂੰ ਬਿਨਾਂ ਘਟਾਏ ਡਬਲ ਸ਼ਿਫਟ ਪ੍ਰਣਾਲੀ ਅਪਣਾਉਂਦਾ ਹੈ ਤਾਂ ਇਸ ਨੂੰ ਡੈਸ਼ ਕਿਹਾ ਜਾ ਸਕਦਾ ਹੈ ਕਾਰਜਕੁਸ਼ਲਤਾ ਨੂੰ ਵਧਾਉਣਾ। ਸੋ ਚੌਥੀ ਆਪਸ਼ਨ ਕਾਰਜਕੁਸ਼ਲਤਾ ਨੂੰ ਵਧਾਉਣਾ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਗਤੀਵਿਧੀਆਂ ਨੂੰ ਪ੍ਰੇਰਿਤ ਕਰਨਾ ਅਤੇ ਪ੍ਰਮਾਣਿਤ ਚੁਣੌਤੀਪੂਰਨ ਬਹੁ ਅਨੁਸ਼ਾਸਨੀ ਅਤੇ ਬਹੁ ਸੰਵੇਦਕ ਬਣਾਉਣਾ ਡੈਸ਼ ਦਾ ਹਿੱਸਾ ਹੈ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ ਸਿੱਖਣ ਦੀ ਗੁਣਵੱਤਾ ਨੂੰ ਵਧਾਉਣਾ। ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਪ੍ਰਕਿਰਿਆ ਸੰਬੰਧੀ ਗਿਆਨ ਦੇ ਦਾਇਰੇ ਨੂੰ ਵਧਾਉਣ ਲਈ ਹੇਠਾਂ ਦਿੱਤੇ ਮੀਡੀਆ ਦੇ ਸਾਧਨਾਂ ਵਿੱਚੋਂ ਕਿਹੜੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ? ਸੋ ਇਹ ਹੈ ਜੀ ਡਿਜੀਟਲ ਜਿਓਬੋਰਡ। 3rd ਨੰਬਰ ਆਪਸ਼ਨ ਹੈ ਜੋ ਡਿਜੀਟਲ ਜਿਓਬੋਰਡ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਡੈਸ਼ ਨੂੰ ਖਾਸ ਲੋੜਾਂ ਵਾਲੇ ਬੱਚਿਆਂ ਲਈ ਨਹੀਂ ਅਪਣਾਇਆ ਜਾ ਸਕਦਾ। ਸੋ ਇਹਦਾ ਆਪਸ਼ਨ ਹੈ ਜੀ 1 ਨੰਬਰ 'ਤੇ ਛੁਪੀ ਹੋਈ ਸਮੱਗਰੀ ਨੂੰ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਜਮਾਤ ਦੇ ਮਾਹੌਲ ਵਿੱਚ ਡੈਸ਼ ਅਧਿਆਪਕਾਂ, ਤਕਨੀਕੀ ਵਿਅਕਤੀਆਂ ਦੀ ਉਪਲਬਧਤਾ, ਸੂਚਨਾ ਅਤੇ ਸੰਚਾਰ ਤਕਨੋਲੋਜੀ ਨਾਲ ਦੀ ਵਰਤੋਂ ਕਰਨ ਵਿੱਚ ਅਧਿਆਪਕਾਂ ਦੀ ਯੋਗਤਾ ਆਦਿ ਨੂੰ ਦਰਸਾਉਂਦਾ ਹੈ। ਸੋ ਆਨਸਰ ਹੈ ਜੀ 2 ਨੰਬਰ ਆਪਸ਼ਨ ਮਨੁੱਖੀ ਸਰੋਤ। ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ ਜੀ ਟਕਸ ਗਣਿਤ ਡੈਸ਼ ਹੈ। ਸੋ ਟਕਸ ਗਣਿਤ ਕੀ ਹੈ ਜੀ? 3rd ਨੰਬਰ ਆਪਸ਼ਨ ਵਿਸ਼ਾ ਵਿਸ਼ੇਸ਼ ਸਾਧਨ ਹੈ। ਟਕਸ ਗਣਿਤ ਵਿਸ਼ਾ ਵਿਸ਼ੇਸ਼ ਸਾਧਨ ਹੈ।
ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਜਦੋਂ ਬੱਚਾ ਡੈਸ਼ ਤਾਂ ਉਹ ਅਸੁਰੱਖਿਅਤ ਹਾਲਤਾਂ ਵਿੱਚ ਹੁੰਦੇ ਹਨ। ਸੋ ਜਦੋਂ ਬੱਚੇ ਦਾ ਅੱਗੇ ਆਪਸ਼ਨ ਕੀ ਹੈ? ਪਹਿਲੀ ਆਪਸ਼ਨ ਖਤਰਨਾਕ ਅਤੇ ਸ਼ੋਸ਼ਣ ਕਰਨ ਵਾਲੀਆਂ ਜਗ੍ਹਾਵਾਂ 'ਤੇ ਜਾਂਦੇ ਹਨ। ਜਦੋਂ ਬੱਚੇ ਖਤਰਨਾਕ ਅਤੇ ਸ਼ੋਸ਼ਣ ਕਰਨ ਵਾਲੀਆਂ ਜਗ੍ਹਾਵਾਂ 'ਤੇ ਜਾਂਦੇ ਹਨ ਤਾਂ ਉਹ ਅਸੁਰੱਖਿਅਤ ਹਾਲਤਾਂ ਵਿੱਚ ਹੁੰਦੇ ਹਨ। ਸੋ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ। ਅਗਲਾ ਪ੍ਰਸ਼ਨ ਹੈ ਜੀ, ਅਧਿਐਨ ਵਿੱਚ ਸੂਚਨਾ ਅਤੇ ਸੰਚਾਰ ਤਕਨੋਲੋਜੀ ਨੂੰ ਜੋੜਨ ਦਾ ਮਤਲਬ ਸਿਰਫ ਇੰਟਰਨੈਟ ਅਤੇ ਡਿਜੀਟਲ ਉਪਕਰਨਾਂ ਦੀ ਵਰਤੋਂ ਕਰਨਾ ਹੈ। ਸੋ ਅੱਗੇ ਵੀ ਕੁਝ ਆਪਸ਼ਨ ਹਨ ਜੋ ਨਜ਼ਰ ਨਹੀਂ ਆ ਰਹੀਆਂ ਸ਼ਾਰਟ ਵਿੱਚ। ਸੋ ਆਨਸਰ ਕੀ ਹੈ ਜੀ? 4th ਨੰਬਰ ਆਪਸ਼ਨ, 2nd, 3rd ਐਂਡ 4th। ਸੋ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ, ਸੂਚਨਾ ਅਤੇ ਸੰਚਾਰ ਤਕਨੋਲੋਜੀ ਸਾਰਿਆਂ ਲਈ ਮੌਕਾ ਖੋਲ੍ਹਦਾ ਹੈ। ਸੂਚਨਾ ਅਤੇ ਸੰਚਾਰ ਤਕਨੋਲੋਜੀ ਸਾਰਿਆਂ ਲਈ ਮੌਕੇ ਖੋਲ੍ਹਦੀ ਹੈ। ਵਿਅਕਤੀਆਂ ਤੋਂ ਲੈ ਕੇ ਸਮਾਜ ਤੱਕ ਉਹਨਾਂ ਦੀ ਆਰਥਿਕ ਅਤੇ ਸਮਾਜਿਕ ਸਲਾਮਤੀ ਨੂੰ ਬਿਹਤਰ ਬਣਾਉਣ ਲਈ ਅਤੇ ਹੇਠਲੇ ਪੱਧਰ 'ਤੇ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਨੂੰ ਸਮਾਜ। ਸੋ ਇਹਦਾ ਆਪਸ਼ਨ ਹੈ ਜੀ, ਪਹਿਲੀ ਆਪਸ਼ਨ ਹੀ ਹੈ ਜੀ, ਪੜ੍ਹਾਉਣ ਦੀ ਗੁਣਵੱਤਾ ਨੂੰ ਵਧਾਉਣਾ। ਸੋ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ, ਡੈਜ਼ ਪ੍ਰਯੋਗਸ਼ਾਲਾ ਨੂੰ ਦੇ ਤਜਰਬਿਆਂ ਅਤੇ ਆਪਣੇ ਆਪ ਕਰਕੇ ਦੱਸਣ ਜਾਂਚ ਕਰਨ ਦੀਆਂ ਅਸਲੀ ਬੁਨਿਆਦੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ, ਵਰਚੁਅਲ ਪ੍ਰਯੋਗਸ਼ਾਲਾਵਾਂ। ਸੋ ਵਰਚੁਅਲ ਪ੍ਰਯੋਗਸ਼ਾਲਾਵਾਂ ਦੇ ਤਜਰਬਿਆਂ ਅਤੇ ਆਪਣੇ ਆਪ ਕਰਕੇ ਦੱਸਣ ਜਾਂਚ ਕਰਨ ਦੀਆਂ ਅਸਲੀ ਬੁਨਿਆਦੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ ਵਰਚੁਅਲ ਪ੍ਰਯੋਗਸ਼ਾਲਾਵਾਂ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਸੂਚਨਾ ਅਤੇ ਸੰਚਾਰ ਤਕਨੋਲੋਜੀ ਤਕਨੀਕੀ ਸਾਧਨਾਂ ਅਤੇ ਸਰੋਤਾਂ ਦਾ ਸਮੂਹ ਹੈ ਜੋ ਡਿਜੀਟਲ ਜਾਣਕਾਰੀ ਬਣਾਉਂਦਾ ਹੈ, ਜਮ੍ਹਾਂ ਕਰਦਾ ਹੈ, ਭੇਜਦਾ ਹੈ। ਇਸ ਨੂੰ ਡੈਸ਼ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਸੋ ਆਨਸਰ ਹੈ ਜੀ ਯੂਨੈਸਕੋ, 2 ਨੰਬਰ ਆਪਸ਼ਨ, ਯੂਨੈਸਕੋ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਹੇਠਾਂ ਦਿੱਤੇ ਸਾਧਨਾਂ ਵਿੱਚੋਂ ਰਚਨਾਤਮਕਤਾ ਲਈ ਕਿਹੜਾ ਵਰਤਿਆ ਜਾ ਸਕਦਾ ਹੈ? ਸੋ ਆਨਸਰ ਹੈ ਜੀ ਟਕਸ ਪੇਂਟ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਸੂਚਨਾ ਅਤੇ ਸੰਚਾਰ ਤਕਨੋਲੋਜੀ ਨੂੰ ਜੋੜਨ ਵੇਲੇ ਧਿਆਨ ਦਿੱਤੇ ਜਾਣ ਵਾਲੇ ਮਾਪਦੰਡ ਡੈਸ਼ ਹਨ। ਸੋ ਆਨਸਰ ਹੈ ਜੀ 4 ਨੰਬਰ ਆਪਸ਼ਨ, ਸਮੱਗਰੀ ਦੀ ਕਿਸਮ, ਬੁਨਿਆਦੀ ਢਾਂਚਾ ਅਤੇ ਮਨੁੱਖੀ ਸਰੋਤ, ਪੜ੍ਹਾਉਣ ਦੇ ਤਰੀਕੇ ਦਾ ਨਜ਼ਰੀਆ, ਤਕਨੋਲੋਜੀ ਦੀਆਂ ਕਿਸਮਾਂ। ਸੋ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਕਿਸੇ ਸ਼ਬਦ ਦੇ ਸੁਣੇ ਗਏ ਉਚਾਰਨ ਦੀ ਸਹੀ ਉਚਾਰਨ ਨਾਲ ਤੁਲਨਾ ਕਰਨ ਦੀ ਗਤੀਵਿਧੀ ਦਾ ਅਭਿਆਸ ਡੈਸ਼ ਵਿੱਚ ਕੀਤਾ ਜਾ ਸਕਦਾ ਹੈ? ਭਾਸ਼ਾ ਪ੍ਰਯੋਗਸ਼ਾਲਾ ਵਿੱਚ। ਸੋ ਉੱਤਰ ਹੈ ਜੀ 1 ਨੰਬਰ ਆਪਸ਼ਨ, ਭਾਸ਼ਾ ਪ੍ਰਯੋਗਸ਼ਾਲਾ। ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਉੱਪਰ। ਅਗਲਾ ਪ੍ਰਸ਼ਨ ਹੈ, ਸੂਚਨਾ ਅਤੇ ਸੰਚਾਰ ਤਕਨੋਲੋਜੀ ਦੀ ਵਰਤੋਂ ਕਰਨ ਦੇ ਲਈ ਅਧਿਆਪਕ ਦੇ ਕਿੰਨਾਂ ਦਾਇਰਿਆਂ ਨੂੰ ਸਮਝਣ ਦੀ ਲੋੜ ਹੈ? ਸੋ ਉੱਤਰ ਹੈ ਜੀ 2 ਨੰਬਰ ਆਪਸ਼ਨ, ਜਨਸੰਖਿਆ ਸੰਬੰਧੀ, ਬੌਧਿਕ, ਪ੍ਰਭਾਵਿਕ, ਸਮਾਜਿਕ ਅਤੇ ਮਾਨਸਿਕ। ਸੋ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਉੱਪਰ। ਸੋ ਪ੍ਰਸ਼ਨ ਕੰਪਲੀਟ ਹੋ ਚੁੱਕੇ ਨੇ ਔਰ ਇਸ ਨਾਲ ਹੀ ਆਪ ਜੀ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ, ਜਿਸ ਦਾ ਨਾਮ ਹੈ ਇਨਫੋ ਪੰਜਾਬ, ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਜਿੰਨੇ ਵੀ ਐਜੂਕੇਸ਼ਨ ਨਾਲ ਜੁੜੇ ਵੀਡੀਓ ਨੇ ਅਸੀਂ ਸਮੇਂ ਸਿਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਇਸ ਤੋਂ ਇਲਾਵਾ ਜੋ ਵੀ ਜੋਬ ਸੰਬੰਧੀ ਜਾਂ ਕੋਈ ਵੀ ਜਾਣਕਾਰੀ ਤੋਂ ਆਉਂਦੀ ਹੈ ਨਵੀਂ, ਇਸ ਚੈਨਲ ਉੱਪਰ ਸ਼ੇਅਰ ਕੀਤੀ ਜਾਵੇਗੀ। ਥੈਂਕ ਯੂ।